तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਧੰਨ ਵਾਹਿਗੁਰੂ ਜੀ। ਠੀਕਰ ਫੂਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰਈ ਨਾ ਕਿਨਹੂ ਆਨ। ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। तेग बहादुर के चलत पयो जगत को शोक। है सब जग पयो जय 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 सुर लोक। प्रगट भये गुर तेग बहादुर सगल सृष्ट पै ढापी चादर। परम सन्मानयोग जुगो जुग अटल तख्त चवर छत्र दे मालक ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਕਰਕੇ ਦੇਸ਼ ਅਤੇ ਵਿਦੇਸ਼ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕੇ ਆਪ ਸੰਗਤ ਲੜੀਵਾਰ ਗੁਰ ਇਤਿਹਾਸ ਪਿਛਲੇ ਲੰਮੇਰੇ ਸਮੇਂ ਤੋਂ ਸਰਵਨ ਕਰ ਰਹੇ ਹੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰਨ ਵਿੱਚ ਵਰਤਨ ਗੁਰ ਇਤਿਹਾਸ ਸਤਿਗੁਰ ਮਹਾਰਾਜ ਜੀ ਦੇ ਜੀਵਨ ਤੇ ਸ਼ਹਾਦਤ ਦੇ ਸਫ਼ਰ ਨੂੰ ਆਪ ਜੀ ਦੇ ਨਾਲ ਸਾਂਝਾ ਕਰ ਸਕੀਏ। ਆਪ ਸੰਗਤ ਆਸੀਸ ਬਖਸ਼ੋ। ਮਨ ਬਿਰਤੀਆਂ ਇਕਾਗਰ ਕਰਕੇ ਆਓ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣਾ ਕਰੀਏ। ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ ਵਿੱਚ ਵਰਤਨ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਸਕੀਏ। ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨ 1675 10 ਨਵੰਬਰ ਨੂੰ ਤਿੰਨ ਸਿੱਖ ਜਿਹੜੇ ਨੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀ ਦਾਸ ਸਾਹਿਬ ਜੀ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਸਤੀ ਦਾਸ ਜਿਹੜੇ ਨੇ ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਅੱਜ ਸਰੀਰ ਕਰਕੇ ਉਸ ਹਕੂਮਤ ਦੀ ਕੈਦ ਦੇ ਵਿੱਚ ਇਕੱਲੇ ਨੇ। ਮਹਾਰਾਜ ਜੀ ਨੂੰ ਫਿਰ ਇਹ 10 ਨਵੰਬਰ ਸਨ 1675 ਦੀ ਸ਼ਾਮ ਨੂੰ ਜਿਹੜਾ ਸੀ ਕਿਲੇ ਵਿੱਚ ਉਸ ਪਿੰਜਰੇ ਵਿੱਚ ਬੰਦ ਕਰਕੇ ਰੱਖਿਆ ਗਿਆ। ਅਗਲੀ ਸਵੇਰ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਸ਼ਹਾਦਤ ਵਾਲਾ ਅਸਥਾਨ ਜਿਹਨੂੰ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉੱਥੇ ਲਿਆ ਕਰਕੇ ਤੇ ਮਹਾਰਾਜ ਜੀ ਨੂੰ ਫਿਰ ਅੱਜ ਪਿੰਜਰੇ ਤੋਂ ਬਾਹਰ ਕੱਢਣਾ ਕੀਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਉੱਥੇ ਮੌਜੂਦ ਜਿਹੜਾ ਖੂਹ ਹੈ ਉੱਥੋਂ ਇਸ਼ਨਾਨ ਕੀਤਾ।
ਲੋਕਾਂ ਦਾ ਹਜੂਮ ਜਿਹੜਾ ਸੀ ਉੱਥੇ ਇਕੱਠ ਦੇ ਰੂਪ ਦੇ ਵਿੱਚ ਬਹੁਤ ਸਾਰਾ ਇਕੱਠ ਵੱਡਾ ਹੋਣਾ ਸ਼ੁਰੂ ਹੋਇਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕਦਮ ਨਹੀਂ ਕਿ ਸਵੇਰੇ ਹੀ ਸ਼ਹੀਦ ਕਰ ਦਿੱਤਾ, ਕਿਉਂਕਿ ਹਕੂਮਤ ਚਾਹੁੰਦੀ ਸੀ ਕਿ ਲੋਕ ਵੱਧ ਤੋਂ ਵੱਧ ਇਕੱਠੇ ਹੋ ਜਾਣ ਤੇ ਫਿਰ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾਵੇ। ਉੱਥੇ ਮੌਜੂਦ ਇੱਕ ਬੋਹੜ ਦਾ ਦਰਖਤ ਹੈ, ਜਿਸ ਦਰਖਤ ਦੇ ਥੱਲੇ ਸਤਿਗੁਰੂ ਮਹਾਰਾਜ ਜੀ ਨੇ ਉਸ ਖੂਹ ਤੋਂ ਇਸ਼ਨਾਨ ਕਰਕੇ, ਅੱਜ ਵੀ ਤੁਸੀਂ ਜਦੋਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਜਾਂਦੇ ਹੋ ਤੇ ਉਹ ਖੂਹ ਅੱਜ ਵੀ ਮੌਜੂਦ ਹੈ ਜਿੱਥੋਂ ਸਤਿਗੁਰੂ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ਼ਨਾਨ ਤੋਂ ਬਾਅਦ ਵਿੱਚ ਉਸ ਦਰਖਤ, ਉਸ ਬੋਹੜ ਦੇ ਦਰਖਤ ਦੇ ਥੱਲੇ ਮਹਾਰਾਜ ਜੀ ਨੇ ਚੌਂਕੜਾ ਲਗਾਉਣਾ ਕੀਤਾ। ਸਮਾਣੇ ਦਾ ਰਹਿਣ ਵਾਲਾ ਜਲਾਲੁਦੀਨ ਜਿਹੜਾ ਹੈ ਉਹ ਆਪਣੀ ਤਲਵਾਰ ਨੂੰ ਤਿੱਖਿਆਂ ਕਰਦਾ ਪਿਆ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਕਿ ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰਹੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਗੁਰੂ ਤੇਗ ਬਹਾਦਰ ਨੇ ਹੁਣ ਆਪਣੇ ਸੀਸ ਦਾ ਠੀਕਰਾ ਜਿਹੜਾ ਹੈ ਦਿੱਲੀ ਦੇ ਸਿਰ ਦੇ ਉੱਤੇ, ਦਿੱਲੀ ਦੇ ਤਖਤ ਦੇ ਸਿਰ ਦੇ ਉੱਤੇ ਆਪਣਾ ਸੀਸ ਦਾ ਠੀਕਰਾ ਭੰਨਣ ਨੂੰ ਤਿਆਰ ਨੇ। ਜਲਾਦ ਜਿਹੜਾ ਹੈ ਉਹ ਤਲਵਾਰ ਨੂੰ ਤਿੱਖਿਆਂ ਕਰਦਾ ਪਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕੁਝ ਸਵਾਲ ਜਵਾਬ ਉੱਥੇ ਫਿਰ ਹੋਏ। ਮਹਾਰਾਜ ਜੀ ਨੂੰ ਫਿਰ ਕਿਹਾ ਗਿਆ ਕਿ ਇਸਲਾਮ ਧਰਮ ਕਬੂਲ ਕਰ ਲਓ ਜਾਂ ਕਰਾਮਾਤ ਦਿਖਾ ਦਿਓ, ਜਾਂ ਫਿਰ ਤੀਸਰਾ ਹੈ ਕਿ ਤੁਹਾਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਏਗੀ, ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਏਗਾ। ਕਾਜੀ ਅਬਦੁਲ ਵਾਹਬ ਬੋਹਰਾ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਹੈ। ਜਲਾਲੁਦੀਨ ਉੱਥੇ ਕੋਲ ਹੈ, ਜਿਹੜਾ ਜਲਾਦ ਹੈ ਜਿਹਨੇ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਹੈ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਨੇ ਆਖਿਆ, ਕਹਿਣ ਲੱਗੇ ਤੇਗ ਬਹਾਦਰ ਜੀ ਆ ਦੇਖੋ ਮੈਂ ਖਾਨਦਾਨੀ ਜਲਾਦ ਹਾਂ, ਸਾਡੇ ਖਾਨਦਾਨ ਦੇ ਵਿੱਚ ਜਲਾਦ ਪੈਦਾ ਹੁੰਦੇ ਨੇ। ਸਮਾਣੇ ਦਾ ਰਹਿਣ ਵਾਲਾ, ਕਿਉਂਕਿ ਸ਼ਾਸਲ ਬੇਗ ਤੇ ਬਾਸ਼ਲ ਬੇਗ ਵੀ ਇਹਨਾਂ ਦੇ ਉਸ ਸਮਾਣੇ ਦੇ ਰਹਿਣ ਵਾਲੇ ਸਨ। ਕਾਜੀ ਵਲੀ ਹਸਨ ਜਿਹੜਾ ਉਹ ਕੁਰਾਨ ਸ਼ਰੀਫ ਲੈ ਕੇ ਗਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਕਿ ਔਰੰਗਜ਼ੇਬ ਕਸਮ ਖਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਲਾਦ ਕਹਿੰਦਾ ਹੈ ਕਿ ਮੈਂ ਖਾਨਦਾਨੀ ਜਲਾਦ ਤੇ ਮੇਰੇ ਹੱਥ ਨਹੀਂ ਕੰਬਣਗੇ ਤੁਹਾਡਾ ਸੀਸ, ਤੁਹਾਡਾ ਸਿਰ ਲਾਉਂਦਿਆਂ ਹੋਇਆਂ। ਦੂਸਰੇ ਪਾਸੇ ਕਾਜੀ ਅਬਦੁਲ ਵਾਹਬ ਬੋਹਰਾ ਉਹਨੇ ਵੀ ਇਹ ਗੱਲ ਆਖੀ, ਕਹਿਣ ਲੱਗਾ ਮੈਂ ਵੀ ਜਿਹੜਾ ਖਾਨਦਾਨੀ ਕਾਜੀ ਹਾਂ, ਸਾਡੇ ਦਾਦੇ ਬਾਬੇ ਵੀ ਕਾਜੀ ਰਹੇ ਨੇ। ਸਤਿਗੁਰੂ ਮਹਾਰਾਜ ਫਿਰ ਮੁਸਕਰਾ ਕੇ ਆਖਦੇ ਨੇ, ਕਹਿਣ ਲੱਗੇ ਕਿ ਇਹ ਤਾਂ ਰੱਬ ਨੇ ਸਬੱਬ ਹੀ ਬੜਾ ਵੱਡਾ ਬਣਾ ਦਿੱਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਬਚਨ ਕਹੇ, ਕਹਿਣ ਲੱਗੇ ਤੂੰ ਖਾਨਦਾਨੀ ਕਾਜੀ, ਇਹ ਖਾਨਦਾਨੀ ਜਲਾਦ ਤੇ ਸਾਡੇ ਵੱਲੇ ਤੱਕੋ ਅਸੀਂ ਖਾਨਦਾਨੀ ਸ਼ਹੀਦ। ਆ ਦੇਖੋ ਮੇਰਾ ਦਾਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਅੱਜ ਮੈਂ ਸ਼ਹਾਦਤ ਦੇਣ ਵਾਸਤੇ ਆਇਆ ਤੇ ਕੱਲ੍ਹ ਨੂੰ ਮੇਰੇ ਪੋਤਰਿਆਂ ਨੇ ਸ਼ਹਾਦਤ ਦਾ ਜਾਮ ਪੀਣਾ। ਉੱਥੇ ਵਿਦਵਾਨ ਨੇ ਬਚਨ ਲਿਖੇ, ਕਹਿਣ ਲੱਗੇ ਕਿ ਗੁਰੂ ਤੇਗ ਬਹਾਦਰ ਦੇ ਇਹ ਜਿਵੇਂ ਬਚਨ ਸਨ ਕਿ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਪਿਤਾ ਨੇ ਪਹਿਨੀਆਂ 2 ਤੇਗਾਂ। ਦੇਖ ਆਉਂਦੇ ਸਮੇਂ ਦੇ ਵਿੱਚ ਮੇਰੇ ਪੁੱਤਰ ਨੇ ਜਿਹੜੀ ਤੇਗ ਵਾਉਣੀ, ਲੱਖਾਂ ਲੈਣਗੀਆਂ ਤੇਰੀਆਂ ਖੋਹ ਤੇਗਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਨੂੰ ਤੇ ਲਕਬ ਜਿਹੜਾ ਹੈ ਉਹ ਤੇਗ ਬਹਾਦਰੀ ਦਾ ਪ੍ਰਾਪਤ ਹੋਇਆ। ਮੇਰੇ ਪਿਤਾ ਨੇ 2 ਤਲਵਾਰਾਂ 2 ਤੇਗਾਂ ਪਹਿਨੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਮੇਰੇ ਪੁੱਤਰ ਗੋਬਿੰਦ ਰਾਏ ਨੇ ਉਹ ਤੇਗਾਂ ਚਲਾਉਣੀਆਂ ਕਿ ਤੁਹਾਡੀਆਂ ਤੇਗਾਂ ਖੁੰਡੀਆਂ ਹੋ ਜਾਣਗੀਆਂ, ਤੁਹਾਡੀਆਂ ਲੱਖਾਂ ਤੇਗਾਂ ਉਹਦੀ ਤੇਗ ਅੱਗੇ ਡਿੱਗ ਪੈਣਗੀਆਂ। ਸਤਿਗੁਰੂ ਮਹਾਰਾਜ ਜੀ ਦੇ ਵੀ ਬਚਨ ਨੇ ਕਿ ਚੂੰਕਾਰ ਅਜਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਚੌਂਕੜਾ ਲਾਇਆ ਬੋਹੜ ਦੇ ਥੱਲੇ। ਉੱਧਰੋਂ ਜਲਾਦ ਜਿਹੜਾ ਹੈ ਉਹ ਤਲਵਾਰ ਨੂੰ ਤਿੱਖੀ ਕਰਦਾ ਪਿਆ ਹੈ। ਭਾਈ ਜੇਤਾ, ਭਾਈ ਊਦਾ
ਭਾਈ ਗੁਰਦਿੱਤਾ, ਭਾਈ ਨਿਗਾਹੀਆ, ਭਾਈ ਲੱਖੀ ਸ਼ਾਹ ਨਿਗਾਹੀਆ ਜਿਹੜਾ ਸੀ, ਭਾਈ ਲੱਖੀ ਸ਼ਾਹ ਬੰਜਾਰਾ, ਭਾਈ ਨਿਗਾਹੀਆ, ਭਾਈ ਨਾਨੂ, ਇਹ ਸਾਰੇ ਸਿੱਖਾਂ ਨੇ ਜਿਹੜਾ ਸੀ ਇਹ ਸਲਾਹ ਕੀਤੀ ਹੋਈ ਸੀ ਕਿ ਕਿਵੇਂ ਸਤਿਗੁਰੂ ਮਹਾਰਾਜ ਜੀ ਦੇ ਧੜ ਨੂੰ ਤੇ ਸੀਸ ਨੂੰ ਸੰਭਾਲਣਾ ਹੈ। ਭਾਈ ਜੈਤਾ ਜੀ ਇੱਕ ਟੋਕਰੀ, ਵਿਦਵਾਨਾਂ ਨੇ ਟੋਕਰੀ ਦਾ ਜ਼ਿਕਰ ਵੀ ਕੀਤਾ, ਤੇ ਕੁਝ ਕੱਪੜੇ ਜਿਹੜੇ ਸੀ ਉਹ ਕੋਲ ਲੈ ਕੇ ਤੇ ਉਹ ਭੀੜ ਦੇ ਵਿੱਚ ਜਿਹੜੇ ਨੇ ਉਹ ਤੁਰੇ ਫਿਰਦੇ ਨੇ। ਉਧਰੋਂ ਭਾਈ ਲੱਖੀ ਸ਼ਾਹ ਬੰਜਾਰਾ ਜਿਹੜਾ ਹੈ, ਉਹਨਾਂ ਨੇ ਰੂੰ ਦੇ ਗੱਡੇ ਭਰ ਕਰਕੇ ਜਿਹੜੇ ਸੀ ਉਹ ਲਾਗੇ ਲਾਲ ਕਿਲੇ ਦੇ ਖਿਲਾਰੇ ਹੋਏ ਨੇ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਣੀ ਪੜ੍ਹਦੇ ਪਏ ਨੇ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਜਦੋਂ ਬਾਣੀ ਦੀ ਅਸੀਂ ਸੰਪੂਰਨਤਾ ਕਰ ਲਈਏ ਉਦੋਂ ਤੁਸੀਂ ਆਪਣਾ ਕੰਮ ਕਰ ਲੈਣਾ। ਭਾਵ ਇਹ ਸੀ ਕਿ ਜਦੋਂ ਜਪਜੀ ਸਾਹਿਬ ਜੀ ਦੀ ਸੰਪੂਰਨਤਾ ਹੁੰਦੀ ਏ ਉਸ ਵੇਲੇ ਤੁਸੀਂ ਤਲਵਾਰ ਚਲਾ ਲੈਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉੱਥੇ ਬੈਠ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੰਪੂਰਨਤਾ ਕੀਤੀ, ਜਲਾਲੂਦੀਨ ਜਿਹੜਾ ਜਲਾਦ ਸੀ ਉਹਨੇ ਤਲਵਾਰ ਚਲਾਉਣਾ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਉੱਤੇ ਤਲਵਾਰ ਚਲਾਈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਜਿਹੜਾ ਸੀ ਉਹ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਕਹਿਣ ਲੱਗੇ, ਵਿਦਵਾਨ ਕਹਿੰਦੇ ਨੇ ਉਸ ਵੇਲੇ ਜਿਹੜਾ ਅਸਮਾਨ ਸੀ ਲਾਲ ਹੋ ਚੁੱਕਿਆ ਸੀ। ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੁੰਦਿਆਂ ਸਾਰ ਉੱਥੇ ਤੂਫਾਨ ਉੱਠਿਆ, ਧਰਤੇ ਜੁਦਾ ਭਇਓ ਸਿਰ ਜਬੇ, ਆਇਓ ਤੂਫਾਨ ਮੁੰਦੇ ਦ੍ਰਿਗ ਸਭੇ। ਕਹਿਣ ਲੱਗੇ ਤੂਫਾਨ ਚੱਲਿਆ, ਹਨੇਰ ਚੱਲਿਆ, ਲੋਕਾਂ ਦੀਆਂ ਅੱਖਾਂ ਬੰਦ ਹੋ ਗਈਆਂ, ਲੋਕ ਆਪਣੇ ਘਰਾਂ ਨੂੰ ਭੱਜ ਕੇ ਚਲੇ ਗਏ, ਸਾਰੇ ਪਾਸੇ ਹਫੜਾ ਦਫੜੀ ਮੱਚੀ। ਭਾਈ ਜੈਤਾ ਜੀ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਉਹਨਾਂ ਕੱਪੜਿਆਂ ਦੇ ਵਿੱਚ ਲਪੇਟਣਾ ਕੀਤਾ। 5 ਕੱਪੜੇ ਜਿਹੜੇ ਸਨ ਉਹਨਾਂ ਦੇ ਵਿੱਚ ਲਪੇਟਿਆ, ਟੋਕਰੀ ਦੇ ਵਿੱਚ ਰੱਖ ਕਰਕੇ ਭਾਈ ਜੈਤਾ ਜੀ ਉੱਥੋਂ ਚੱਲ ਪਏ। ਦੂਸਰੇ ਪਾਸੇ ਜਿਹੜਾ ਸੀ ਭਾਈ ਲੱਖੀ ਸ਼ਾਹ ਬੰਜਾਰਾ, ਭਾਈ ਨਿਗਾਹੀਏ ਜੀ ਦੇ ਨਾਲ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਸਰੀਰ ਧੜ ਜਿਹੜਾ ਸੀ ਉਹ ਗੱਡੇ ਦੇ ਉੱਤੇ ਰੱਖਿਆ। ਰੂੰ ਦਾ ਗੱਡਾ ਸੀ, ਇਸ ਕਰਕੇ ਰੂੰ ਦਾ ਪ੍ਰਬੰਧ ਕੀਤਾ ਸੀ ਕਿ ਖੂਨ ਦੇ ਜਿਹੜਾ ਉਹ ਤੁਬਕੇ ਥੱਲੇ ਨਾ ਡੁੱਲਦਾ ਜਾਵੇ, ਤਾਂ ਕਿ ਹਕੂਮਤ ਜਿਹੜੀ ਹੈ ਉਹ ਸੂਹ ਲੱਭ ਕਰਕੇ ਕਿਤੇ ਪਿੱਛੇ ਨਾ ਪਹੁੰਚ ਜਾਏ। ਸਤਿਗੁਰੂ ਮਹਾਰਾਜ ਜੀ ਦਾ ਧੜ ਲੱਖੀ ਸ਼ਾਹ ਬੰਜਾਰਾ ਆਪਣੇ ਘਰ, ਜਿੱਥੇ ਅੱਜ ਅਸਥਾਨ ਹੈ ਗੁਰਦੁਆਰਾ ਰਕਾਬਗੰਜ, ਆਪਣੇ ਘਰ ਦੇ ਵਿੱਚ ਲੈ ਕਰਕੇ ਗਿਆ। ਉਹਨੇ ਸਤਿਗੁਰੂ ਮਹਾਰਾਜ ਜੀ ਦੇ ਧੜ ਨੂੰ ਜਿੰਨੀਆਂ ਘਰ ਦੇ ਵਿੱਚ ਲੱਕੜ ਸੀ, ਜੋ ਲੱਕੜ ਦਾ ਫਰਨੀਚਰ ਸੀ, ਸਾਰਾ ਇਕੱਠਾ ਕੀਤਾ, ਸਤਿਗੁਰੂ ਮਹਾਰਾਜ ਜੀ ਦੇ ਧੜ ਨੂੰ ਉੱਥੇ ਰੱਖਿਆ। ਅਰਦਾਸ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਆਵਨ ਜਾਣਾ ਸੰਸਾਰ ਦੇ ਵਿੱਚ ਬਣਿਆ, ਕਿਤੇ ਆਪ ਜੀ ਕਿਰਪਾ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਤੁਹਾਡਾ ਸ਼ਾਨੋ ਸ਼ੌਕਤ ਦੇ ਨਾਲ ਅਸੀਂ ਸੰਸਕਾਰ ਕਰ ਸਕਦੇ, ਪਰ ਮਹਾਰਾਜ ਇਤਨੀ ਸੇਵਾ ਆਪ ਜੀ ਪ੍ਰਵਾਨ ਕਰ ਲਿਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ, ਨਾਲ ਹੀ ਆਪਣੇ ਘਰ ਨੂੰ ਵੀ ਅੱਗ ਲਾ ਦਿੱਤੀ। ਸਿਪਾਹੀ ਇੱਕ ਪਾਸੇ ਦੌੜੇ ਕਿ ਧੜ ਕਿੱਥੇ ਗਿਆ, ਸੀਸ ਕਿੱਥੇ ਗਿਆ, ਫਿਕਰ ਪੈ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਘਰ ਨੂੰ ਅੱਗ ਲਾ ਦਿੰਦਾ ਹੈ, ਤੇ ਸਿਪਾਹੀ ਜਦੋਂ ਉਸ ਪਾਸੇ ਨੂੰ ਦੌੜੇ, ਰਕਾਬਗੰਜ ਵਾਲੇ ਪਾਸੇ ਗਏ ਕਿ ਲੱਖੀ ਸ਼ਾਹ ਬੰਜਾਰੇ ਦੇ ਘਰ ਨੂੰ ਅੱਗ ਲੱਗੀ। ਪੁੱਛਿਆ, ਭਾਈ ਲੱਖੀ ਸ਼ਾਹ ਬੰਜਾਰਾ ਬਾਹਰ ਖੜਾ ਸੀ, ਕਹਿਣ ਲੱਗੇ ਘਰ ਸੜ ਗਿਆ। ਕਹਿਣ ਲੱਗਾ ਨਹੀਂ, ਸਾਰਾ ਹੀ ਕੁਝ ਅੱਜ ਸੜ ਗਿਆ, ਅੱਜ ਮੇਰਾ ਸਾਈਂ ਚਲੇ ਗਿਆ ਤੇ ਮੇਰੇ ਪਿੱਛੇ ਕੀ ਰਹਿ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕਰਕੇ ਭਾਈ ਲੱਖੀ ਸ਼ਾਹ ਬੰਜਾਰੇ ਨੇ ਇਹ ਸਭ ਤੋਂ ਉੱਤਮ ਸੇਵਾ ਜਿਹੜੀ ਸੀ ਉਹ ਕਮਾਉਣਾ ਕੀਤੀ। ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਸੀਸ ਹੈ, ਭਾਈ ਜੈਤਾ ਜੀ ਉਹਨਾਂ ਨੇ ਉੱਥੋਂ ਪੜਾਅ ਦਰ ਪੜਾਅ ਜਿਹੜਾ ਸੀ ਆਨੰਦਪੁਰ ਸਾਹਿਬ ਪਹੁੰਚਣਾ ਕੀਤਾ। ਪਹਿਲਾ ਪੜਾਅ ਜਿਹੜਾ ਸੀ ਉਹਨਾਂ ਨੇ ਦਿੱਲੀ ਤੋਂ ਬਾਹਰ ਨਿਕਲ ਕੇ ਬਾਗਪਟ ਦਾ ਇਲਾਕਾ ਯੂਪੀ ਦੇ ਅੰਦਰ ਪੈਂਦਾ ਹੈ, ਉਸ ਇਲਾਕੇ ਦੇ ਵਿੱਚ ਪਹਿਲਾ ਪੜਾਅ ਕੀਤਾ। ਦੂਸਰੇ ਦਿਨ ਦਾ ਪੜਾਅ ਜਿਹੜਾ ਸੀ, ਕਿਉਂਕਿ ਸ਼ਾਮ 11 ਨਵੰਬਰ ਦੀ ਸ਼ਾਮ ਨੂੰ ਉਹ ਚੱਲੇ, ਤੇ 12 ਨਵੰਬਰ ਦਾ ਜਿਹੜਾ ਪੜਾਅ ਸੀ ਉਹਨਾਂ ਨੇ ਤਰੌੜੀ ਕਰਨਾਲ ਦੇ ਕੋਲ ਜਾ ਕੇ ਕੀਤਾ। ਹੁਣ ਜਦੋਂ ਤਰੌੜੀ ਪਹੁੰਚਦੇ ਨੇ, ਦੇਖੋ ਗੁਰੂ ਕਿੰਨਾ ਦਿਆਲੂ ਹੈ। ਗੁਰੂ ਸ਼ਹਾਦਤ ਦੇਣ ਤੋਂ ਬਾਅਦ ਵਿੱਚ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਦਾ ਹੈ। ਭਾਈ ਜੈਤਾ ਜੀ ਜਿਸ ਵੇਲੇ ਉਹਨਾਂ ਨੇ ਸੀਸ ਜਿਹੜਾ ਸੀ ਸਿਰ ਦੇ ਉੱਤੇ ਆਪਣੇ ਟੋਕਰੇ
ਟਿਕਾ ਕੇ ਰੱਖਿਆ। ਜੰਗਲ ਦੇ ਵਿੱਚ ਖੜੇ ਨੇ, ਹੁਣ ਸੋਚਦੇ ਨੇ ਕਿ ਰਾਤ ਕਿੱਥੇ ਕੱਟਾਂ। ਕਦੀ ਸੋਚਦੇ ਨੇ ਕਿ ਇਸ ਦਰਖਤ ਦੇ ਨਾਲ ਸੀਸ ਬੰਨ੍ਹ ਦੇਵਾਂਗਾ, ਟੋਕਰੀ ਨੂੰ ਬੰਨਾਂਗਾ, ਮੈਂ ਥੱਲੇ ਆਰਾਮ ਕਰ ਲਵਾਂਗਾ। ਫਿਰ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਕੋਈ ਜਾਨਵਰ ਆ ਕੇ ਨਾ ਹਮਲਾ ਕਰ ਦਵੇ, ਬੇਅਦਬੀ ਨਾ ਸੀਸ ਦੀ ਹੋ ਜਾਏ। ਭਾਈ ਜੈਤਾ ਜੀ ਮਨ ਦੇ ਵਿੱਚ ਇਹੀ ਸੋਚਦੇ ਅਰਦਾਸ ਕਰਦੇ ਆ ਕਿ ਹੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਆਪ ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਂ ਜਿਹੜੇ ਕੰਮ ਨੂੰ, ਜਿਹੜੇ ਫਰਜ਼ ਨੂੰ ਸੰਭਾਲਿਆ, ਇਸ ਨੂੰ ਪੂਰਾ ਕਰ ਸਕਾਂ। ਆਪ ਜੀ ਦਾ ਸੀਸ ਜਿਹੜਾ ਹੈ ਉਹ ਇੱਜ਼ਤ ਤੇ ਇਮਾਨ ਦੇ ਨਾਲ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਪਹੁੰਚਾ ਸਕਾਂ। ਇੱਥੇ ਫਿਰ ਇੱਕ ਦੇਵਾ ਰਾਮ, ਤਰੌੜੀ ਕਰਨਾਲ ਦੇ ਵਿੱਚ ਇੱਕ ਦੇਵਾ ਰਾਮ ਜਿਹੜਾ ਧੋਬੀ ਹੈ, ਉਹ ਕੱਪੜੇ ਧੋ ਕਰਕੇ ਨਾ ਤੇ ਵਾਪਸ ਆਉਂਦਾ ਪਿਆ ਸੀ। ਉਹਨੇ ਭਾਈ ਜੈਤਾ ਜੀ ਨੂੰ ਬੈਠਿਆਂ ਦੇਖਿਆ ਤੇ ਸਿਰ ਦੇ ਉੱਪਰ ਟੋਕਰੀ ਚੁੱਕੀ। ਉਹਨੇ ਆਵਾਜ਼ ਮਾਰ ਕੇ ਪੁੱਛਿਆ, ਕਹਿਣ ਲੱਗੇ ਕਿ ਮਿੱਤਰਾ ਸਿੱਖ ਲੱਗਦਾ ਏ। ਪਹਿਲੋਂ ਤੇ ਭਾਈ ਜੈਤਾ ਜੀ ਜਿਹੜੇ ਸੀ ਉਹ ਚੁੱਪ ਰਹੇ, ਫਿਰ ਉਹਨਾਂ ਨੇ ਕਹਿ ਦਿੱਤਾ ਹਾਂ ਮੈਂ ਸਿੱਖ ਹਾਂ। ਤੇ ਲਾਗੇ ਹੀ ਫਿਰ ਉਹ ਧੋਬੀ ਜਿਹੜਾ ਹੈ ਦੇਵਾ ਰਾਮ, ਉਹ ਕੋਲ ਬੈਠ ਗਿਆ। ਉਹਨੇ ਕਿਹਾ, ਬੜੀਆਂ ਗੁਰੂ ਦੀਆਂ ਉਹਨੇ ਗੱਲਾਂ ਕੀਤੀਆਂ। ਕਹਿਣ ਲੱਗਾ ਕਿ ਮੈਂ ਵੀ ਆਨੰਦਪੁਰ ਸਾਹਿਬ ਗਿਆ ਸੀ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਵੀ ਕੀਤੇ। ਮੈਂ ਸੁਣਿਆ ਕਿ ਸਤਿਗੁਰੂ ਮਹਾਰਾਜ ਦਿੱਲੀ ਗਏ ਨੇ ਸ਼ਹਾਦਤ ਦੇਣ ਵਾਸਤੇ। ਭਾਈ ਜੈਤਾ ਜੀ ਨੇ ਕਿਹਾ ਹਾਂ ਮੈਂ ਵੀ ਸੁਣਿਆ ਕਿ ਉਹ ਗਏ ਨੇ, ਇਹ ਨਹੀਂ ਦੱਸਿਆ ਕਿ ਮੈਂ ਤਾਂ ਉੱਥੇ ਮੌਜੂਦ ਸੀ, ਚਸ਼ਮਦੀਦ ਹਾਂ। ਭਾਈ ਜੈਤੇ ਨੂੰ ਪੁੱਛਦਾ ਪਿਆ, ਫਿਰ ਉੱਥੇ ਕੁਝ ਭਾਣਾ ਵੀ ਵਰਤਿਆ। ਭਾਈ ਜੈਤਾ ਜੀ ਕਹਿੰਦੇ ਨੇ ਹਾਂ ਸੁਣਿਆ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਸ਼ਹਾਦਤ ਦੇ ਦਿੱਤੀ। ਦੇਵਾ ਰਾਮ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਜਿਹੜੇ ਸਨ ਉਹ ਨਹੀਂ ਰੁਕੇ, ਇੱਕਦਮ ਉਹਦੇ ਜ਼ਾਰੋ ਜ਼ਾਰ ਰੋਣਾ ਸ਼ੁਰੂ ਕਰ ਦਿੱਤਾ। ਭਾਈ ਜੈਤੇ ਨੇ ਇੱਕ ਪਾਸੇ ਟੋਕਰੇ ਨੂੰ ਹੱਥ ਪਾਇਆ ਤੇ ਦੂਜੇ ਪਾਸੇ ਉਸ ਦੇਵਾ ਰਾਮ ਨੂੰ ਹੌਸਲਾ ਦਿੰਦੇ ਆਖਿਆ। ਕਹਿਣ ਲੱਗੇ ਰੋਂਦਾ ਕਿਉਂ? ਕਹਿਣ ਲੱਗਾ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਜੋ ਹੋ ਗਈ। ਭਾਈ ਜੈਤੇ ਨੂੰ ਕਹਿਣ ਲੱਗੇ ਤੂੰ ਸਿੱਖ ਹੈ ਤੇ ਤੂੰ ਇੱਥੇ ਰਾਤ ਕਿੱਥੇ ਕੱਟੇਂਗਾ? ਤੂੰ ਚੱਲ ਮੇਰੇ ਘਰੇ ਚੱਲ, ਨਾਲੇ ਮੈਂ ਤੇਰੇ ਨਾਲ ਗੁਰੂ ਦੀਆਂ ਕੋਈ ਗੱਲਾਂ ਕਰਾਂਗਾ, ਗੁਰੂ ਦੀ ਕੋਈ ਗੱਲ ਸੁਣਾਵੀਂ। ਤੂੰ ਸਿੱਖ ਹੈ ਤੇ ਤੂੰ ਗੁਰੂ ਨੂੰ ਦੇਖਿਆ ਵੀ ਹੋਵੇਗਾ। ਰਸਤੇ ਵਿੱਚ ਜਾਂਦਿਆਂ ਭਾਈ ਜੈਤੇ ਨੂੰ ਦੇਵਾ ਰਾਮ ਪੁੱਛਦਾ ਏ, ਕਹਿਣ ਲੱਗਾ ਤੂੰ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਜੀ ਦੇ? ਭਾਈ ਜੈਤਾ ਜੀ ਕਹਿੰਦੇ ਨੇ ਗੁਰੂ ਦੂਰ ਹੀ ਕਿੱਥੇ ਰਹਿੰਦਾ, ਗੁਰੂ ਤਾਂ ਹਰ ਵੇਲੇ ਹੀ ਕੋਲ ਹੁੰਦਾ, ਉਹਦੇ ਦਰਸ਼ਨ ਤਾਂ ਹੁੰਦੇ ਹੀ ਰਹਿੰਦੇ ਨੇ। ਕਹਿੰਦੇ ਫਿਰ ਭਾਈ ਤੇਰਾ ਨਾਮ ਨਹੀਂ ਪੁੱਛਿਆ? ਕਹਿਣ ਲੱਗੇ ਮੇਰਾ ਨਾਮ ਜੈਤਾ ਹੈ। ਕਹਿਣ ਲੱਗੇ ਭਾਈ ਜੈਤਾ ਇੱਕ ਗੱਲ ਦੱਸ ਕੇ ਗੁਰੂ ਕਦੀ ਝੂਠ ਵੀ ਬੋਲ ਦਿੰਦਾ ਏ? ਭਾਈ ਦੇਵਾ ਰਾਮ ਪੁੱਛਦੇ ਪਏ ਨੇ ਤੇ ਭਾਈ ਜੈਤਾ ਹੈਰਾਨ ਹੋ ਕੇ ਦੇਖਦੇ ਨੇ ਉਹਦੇ ਚਿਹਰੇ ਵੱਲੇ ਕਿ ਇੱਕ ਪਾਸੇ ਤਾਂ ਗੁਰੂ ਦੀ ਸ਼ਹੀਦੀ ਹੁੰਦੀ ਏ ਤੇ ਅੱਖਾਂ 'ਚੋਂ ਅਥਰੂ ਨਹੀਂ ਰੁਕਦੇ, ਤੇ ਦੂਜੇ ਪਾਸੇ ਸ਼ੱਕ ਕਰੀ ਬੈਠਾ। ਇਹਨੇ ਨੂੰ ਘਰੇ ਪਹੁੰਚੇ, ਉਹਨੇ ਫਿਰ ਕਿਹਾ, ਕਹਿਣ ਲੱਗੇ ਗੁਰੂ ਝੂਠ ਬੋਲ ਸਕਦਾ ਏ? ਭਾਈ ਜੈਤਾ ਕਹਿੰਦੇ ਨਹੀਂ ਗੁਰੂ ਝੂਠ ਬਿਲਕੁਲ ਨਹੀਂ ਬੋਲਦਾ। ਤੇ ਉਹਨੇ ਅੱਗੋਂ ਬਚਨ ਕਹੇ ਦੇਵਾ ਰਾਮ ਨੇ। ਕਹਿਣ ਲੱਗੇ ਮੈਂ ਆਨੰਦਪੁਰ ਸਾਹਿਬ ਗਿਆ, ਮੈਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਕਿਤੇ ਮੇਰੇ ਘਰ ਵੀ ਤੁਸੀਂ ਚਰਨ ਪਾਉਣਾ ਕਰੋ, ਕਿਤੇ ਤਰੌੜੀ ਕਰਨਾਲ ਆਓ ਤੇ ਮੇਰੇ ਗ੍ਰਹਿ ਵਿਖੇ ਵੀ ਚਰਨ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਪਾਓ। ਤੇ ਸਤਿਗੁਰੂ ਮਹਾਰਾਜ ਜੀ ਨੇ ਇੱਕਦਮ ਕਹਿ ਦਿੱਤਾ ਹਾਂ ਜ਼ਰੂਰ ਆਵਾਂਗੇ। ਮੈਂ ਸੋਚਿਆ ਕਿ ਵੈਸੇ ਹੀ ਟਾਲਦੇ ਪਏ ਹੋਣਗੇ, ਮੈਂ ਦੁਬਾਰਾ ਫਿਰ ਦੁਹਰਾਇਆ ਸਤਿਗੁਰੂ ਮਹਾਰਾਜ ਆਪ ਆਓਗੇ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਜ਼ਰੂਰ ਆਵਾਂਗੇ। ਮੈਂ ਤੀਸਰੀ ਵਾਰੀ ਫਿਰ ਪੁੱਛਿਆ, ਮੇਰਾ ਯਕੀਨ ਜਿਹਾ ਨਹੀਂ ਬਣਿਆ ਕਿ ਮਹਾਰਾਜ ਤੁਸੀਂ ਦੇਖਿਓ ਗਰੀਬ ਹਾਂ, ਇੱਜ਼ਤ ਰੱਖ ਲਿਓ, ਮੈਂ ਇੰਤਜ਼ਾਰ ਕਰਾਂਗਾ, ਜ਼ਰੂਰ ਆਇਓ। ਸਤਿਗੁਰੂ ਮਹਾਰਾਜ ਨੇ ਬਚਨ ਕਹੇ ਸੀ ਮੈਂ ਆਵਾਂਗਾ ਜ਼ਰੂਰ, ਤੂੰ ਮੈਨੂੰ ਪਛਾਣ ਲਵੇਂਗਾ। ਪਰ ਕਹਿੰਦੇ ਅੱਜ ਤੂੰ ਸੁਨੇਹਾ ਲੈ ਕੇ ਆਇਆ, ਤੇਰੇ ਕੋਲ ਪਤਾ ਲੱਗਿਆ ਕਿ ਸਤਿਗੁਰੂ ਦੀ ਤਾਂ ਸ਼ਹੀਦੀ ਹੋ ਗਈ, ਉਹ ਤਾਂ ਫਿਰ ਮੇਰੇ ਘਰੇ ਨਹੀਂ ਹੈ, ਇਹ ਤਾਂ ਝੂਠ ਨਿਕਲ ਆਇਆ ਨਾ। ਘਰ ਪਹੁੰਚ ਕੇ ਉਹਨੇ ਭਾਈ ਜੈਤਾ ਜੀ ਜਿਹੜੇ ਨੇ ਉਹਦੇ ਘਰੇ ਜਿਸ ਵੇਲੇ ਪਹੁੰਚੇ ਤੇ ਭਾਈ ਜੈਤੇ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਤੇਰੇ ਘਰੇ ਆਉਂਦੇ ਤੇ ਉਹਨਾਂ ਨੂੰ ਬਿਠਾਉਣਾ ਕਿੱਥੇ ਸੀ? ਉਹਨੇ ਇੱਕ ਲੱਕੜ ਦੀ ਚੌਂਕੀ, ਛੋਟੀ ਮੰਜੀ ਜਿਹੜੀ ਸੀ ਉਹ ਲਿਆ ਕੇ ਕਹਿੰਦਾ ਇਹਦੇ ਉੱਤੇ ਬਿਠਾਉਣਾ ਸੀ। ਭਾਈ ਜੈਤਾ ਜੀ ਕਹਿੰਦੇ ਨੇ ਦੇਵਾ ਰਾਮ ਕੱਲਾ ਇਸ ਚੌਂਕੀ ਤੇ ਬਿਠਾਉਣਾ ਸੀ? ਕਹਿਣ ਲੱਗਾ ਨਹੀਂ, ਇਹਦੇ ਵਾਸਤੇ ਮੈਂ ਖੇਸ ਵੀ ਇੱਕ ਨਵਾਂ ਪ੍ਰਬੰਧ ਕਰਕੇ ਰੱਖਿਆ, ਉਹ ਵਿਛਾਉਣਾ। ਕਹਿੰਦੇ ਲਿਆ ਕੇ ਆ। ਭਾਈ ਜੈਤੇ ਦੇ ਕਹਿਣ ਤੇ ਦੇਵਾ ਰਾਮ ਉਸ ਖੇਸ ਨੂੰ ਲਿਆਂਦਾ, ਉਹ ਵਿਛਾ ਦਿੱਤਾ ਤੇ ਭਾਈ ਜੈਤੇ ਨੇ ਉਹ ਸੀਸ ਵਾਲਾ ਟੋਕਰਾ ਜਿਹੜਾ ਸੀ ਉੱਤੇ ਰੱਖ ਦਿੱਤਾ। ਉਹ ਦੇਵਾ ਰਾਮ ਨੂੰ ਗੁੱਸਾ ਆ ਗਿਆ, ਕਹਿਣ ਲੱਗਾ ਇਹ ਗੁਰੂ ਦੇ ਵਾਸਤੇ, ਭਾਵੇਂ ਗੁਰੂ ਨੇ ਸ਼ਹੀਦੀ ਪ੍ਰਾਪਤ ਕਰ ਲਈ, ਜੇ ਗੁਰੂ ਨਹੀਂ ਆਇਆ ਉਹਦੀ ਯਾਦ ਵਿੱਚ ਤਾਂ ਮੈਂ ਰੱਖਿਆ ਹੋਇਆ ਹੈ ਨਾ, ਤੂੰ ਆਪਣਾ ਸਮਾਨ ਇੱਥੋਂ ਚੁੱਕ ਲਾ, ਨਹੀਂ ਤੇ ਮੈਂ ਸੁੱਟ ਦੇਵਾਂਗਾ।
ਭਾਈ ਜੈਤੇ ਨੇ ਕਿਹਾ, ਕਹਿਣ ਲੱਗੇ ਦੇਖ ਮਿੱਤਰਾ, ਹੌਸਲਾ ਰੱਖ, ਇਹ ਗੁਰੂ ਹੀ ਆਇਆ। ਕਹਿੰਦਾ ਗੁਰੂ ਕਿਵੇਂ? ਭਾਈ ਜੈਤੇ ਨੇ ਫਿਰ ਉਸ ਕਹਿਣ ਲੱਗੇ ਕਿ ਰੌਲਾ ਨਾ ਪਾਇਓ, ਹੌਸਲਾ ਰੱਖਿਓ, ਦਿਲ ਨੂੰ ਟਿਕਾ ਕਰਕੇ ਰੱਖਿਓ। ਅੱਜ ਗੁਰੂ ਸੱਚੀ ਮੁੱਚੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਇਆ। ਉਹਨਾਂ ਕਿਹਾ ਬੁਝਾਰਤਾਂ ਕਿਉਂ ਪਾਉਂਦੇ ਹੋ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਫਿਰ ਸੀਸ ਦੇ ਦਰਸ਼ਨ ਭਾਈ ਜੈਤੇ ਨੇ ਉੱਥੇ ਕਰਾਏ। ਭਾਈ ਜੈਤੇ ਨੇ ਇੱਕ ਇੱਕ ਕੱਪੜਾ ਉਤਾਰਨਾ ਸ਼ੁਰੂ ਕੀਤਾ। ਜਦੋਂ ਪੰਜਵਾਂ ਕੱਪੜਾ ਉਤਾਰਿਆ, ਜਿੰਦੇ ਨਾਲ ਖੂਨ ਲੱਗਿਆ ਹੋਇਆ ਸੀ, ਚਿਹਰਾ ਜਿਹੜਾ ਸੀ ਉਹ ਜੁੜ ਚੁੱਕਾ ਸੀ ਕੱਪੜੇ ਦੇ ਨਾਲ, ਭਾਈ ਜੈਤੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕਰਾਏ। ਜਾਰੋ ਜ਼ਾਰ ਉਹ ਪਰਿਵਾਰ ਜਿਹੜਾ ਸੀ ਉਹ ਸਾਰੇ ਦਾ ਸਾਰਾ ਰੋ ਪਿਆ। ਦੇਵਾ ਰਾਮ ਜਿਹੜਾ ਸੀ ਉਹਦੇ ਅਥਰੂ ਨਹੀਂ ਸੀ ਰੁਕਦੇ ਪਏ, ਅੱਖਾਂ ਭਰੀਆਂ ਹੋਈਆਂ ਦੇ ਨਾਲ ਉਹ ਕਹਿ ਰਿਹਾ ਸੀ, ਸੱਚੇ ਪਾਤਸ਼ਾਹ ਮਹਾਰਾਜ, ਮੈਨੂੰ ਨਹੀਂ ਸੀ ਪਤਾ ਕਿ ਗੁਰੂ ਇੰਨਾ ਦਿਆਲੂ ਹੋ ਸਕਦਾ ਏ ਕਿ ਉਹ ਸ਼ਹਾਦਤ ਦੇਣ ਤੋਂ ਬਾਅਦ ਵਿੱਚ ਵੀ ਉਹ ਇਵੇਂ ਦਰਸ਼ਨ ਕਰਾ ਦੇਵੇਗਾ। ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਤਾਈਓ ਹੀ ਕਹਿੰਦੇ ਸੀ ਕਿ ਮੈਂ ਜਦੋਂ ਆਵਾਂਗਾ ਮੈਨੂੰ ਪਛਾਣ ਲਵੇਂਗਾ। ਸੱਚੇ ਪਾਤਸ਼ਾਹ ਮਹਾਰਾਜ, ਮੈਂ ਤੇਰੀ ਰਮਜ਼ ਨੂੰ ਨਹੀਂ ਸਮਝ ਸਕਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦੇ ਫਿਰ ਉੱਥੇ ਦਰਸ਼ਨ ਕਰਾਏ। ਭਾਈ ਦੇਵਾ ਰਾਮ ਭਾਈ ਜੈਤੇ ਨੂੰ ਆਖਦੇ ਨੇ ਕਿ ਤੁਸੀਂ ਥੱਕੇ ਹੋ, ਬੜੀ ਦੂਰੋਂ ਤੁਸੀਂ ਸਫ਼ਰ ਕੀਤਾ, ਇਹ ਬੜੀ ਵੱਡੀ ਕੁਰਬਾਨੀ ਹੈ ਜਿਹੜੀ ਤੁਸੀਂ ਕਰਦੇ ਪਏ ਹੋ। ਤੁਸੀਂ ਇਸ ਤਰ੍ਹਾਂ ਕਰੋ ਕਿ ਆਰਾਮ ਕਰ ਲਓ, ਅਸੀਂ ਇਸ ਸੀਸ ਦੀ ਸੇਵਾ ਕਰਾਂਗੇ, ਅਸੀਂ ਸਾਰੀ ਰਾਤ ਜਾਗਾਂਗੇ ਤੇ ਸੀਸ ਦੀ ਸੰਭਾਲ ਕਰਾਂਗੇ। ਦੇਵਾ ਰਾਮ ਉਹਦੇ ਪਰਿਵਾਰ ਫਿਰ ਕੋਲ ਬੈਠ ਗਿਆ। ਭਾਈ ਦੇਵਾ ਰਾਮ ਨੇ ਇੱਕ ਛੋਟੀ ਜਿਹੀ ਲੱਕੜ ਦੇ ਉੱਤੇ ਥੋੜ੍ਹਾ ਜਿਹਾ ਕੱਪੜਾ ਬੰਨਿਆ ਤੇ ਜਿਵੇਂ ਚੌਰ ਕਰੀਦਾ ਸਾਰੀ ਰਾਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਚੌਰ ਕਰਦਾ ਰਿਹਾ। ਇੱਥੇ ਫਿਰ ਇਹ ਜਿਹੜਾ ਸੀ ਬਾਗ ਪਟ ਤੋਂ ਬਾਅਦ ਵਿੱਚ ਦੂਸਰਾ ਪੜਾਅ ਜਿਹੜਾ ਸੀ ਉਹ ਭਾਈ ਜੈਤਾ ਜੀ ਕਰਦੇ ਨੇ। ਭਾਈ ਦੇਵਾ ਰਾਮ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਸਕਾਂ, ਕਿਉਂ ਸਿੱਖ ਬੜਾ ਦੂਰੋਂ ਸਫ਼ਰ ਕਰਕੇ ਆਇਆ, ਰਾਤ ਨੀਂਦ ਵੀ ਕਿੱਥੇ ਪਵੇ, ਪਰ ਕੇਵਲ ਕਿ ਥੋੜ੍ਹਾ ਚਿਰ ਮੈਂ ਟਿਕ ਜਾਵਾਂ, ਰਾਤ ਲੰਘੇ, ਤਾਰਿਆਂ ਦੀ ਲੋਏ ਜਿਹੜਾ ਹੈ ਮੈਂ ਅਗਲਾ ਸਫ਼ਰ ਆਰੰਭ ਕਰਾਂਗਾ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਦੇ ਸੀਸ ਦੇ 3 ਪੜਾਅ ਹੋਰ ਹੁੰਦੇ ਨੇ, ਉਹ ਆਪਾਂ ਅਗਲੇ ਦੀਵਾਨ 'ਚ ਸਰਵਣ ਕਰਾਂਗੇ। ਬੇਨਤੀਆਂ ਇੱਥੋਂ ਤੱਕ ਹੀ ਪ੍ਰਵਾਨ ਕਰਿਓ। ਅਰਦਾਸ ਕਰੋ, ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰਨਉ ਨਿਤ ਆਵੈ ਤਾਏ।